ਸੁਪਰੀਮ ਕੋਰਟ ਦੇ ਬੈਂਚ ਨੇ 2016 ਦੇ ਫੈਸਲੇ ਨੂੰ ਸਹੀ ਠਹਿਰਾ ਦਿੱਤਾ ਹੈਗਾ। ਨੋਟਬੰਦੀ ਮਤਲਬ ਜਾਇਜ਼ ਆ, ਲੇਕਿਨ 5 ਮੈਂਬਰੀ ਸੰਵਿਧਾਨਕ ਬੈਂਚ ਦੇ ਵਿੱਚ ਇੱਕ ਜੱਜ ਨੇ ਇਸ ਨੂੰ ਆਪਣਾ ਜਾਇਜ਼ ਨਹੀਂ ਮੰਨਿਆ। ਉਹਨਾਂ ਨੇ ਅਲੱਗ ਫੈਸਲਾ ਦਿੱਤਾ, ਜਿਸ ਕਰਕੇ ਕਹਿ ਸਕਦੇ ਕਿ 4:1 ਦਾ ਫੈਸਲਾ ਆਇਆ ਸੁਪਰੀਮ ਕੋਰਟ ਦਾ। ਔਰ ਨੋਟਬੰਦੀ ਦਾ ਜਿਹੜਾ ਫੈਸਲਾ ਜਿਹੜੇ ਸੁਪਰੀਮ ਕੋਰਟ ਨੇ ਕਿਹਾ ਵੈਧ ਸੀ, ਜਾਇਜ਼ ਸੀ। ਟਾਰਗੇਟ ਪੂਰੇ ਹੋਏ ਜਾਂ ਨਹੀਂ ਹੋਏ ਹੁਣ ਇਸ ਗੱਲ ਦੇ ਮਾਇਨੇ ਨਹੀਂ ਰਹੇ, ਪਰ ਜਿਹੜੀ ਇੱਕ ਮਹਿਲਾ ਜੱਜ ਨੇ ਇਸ ਨੂੰ ਜਾਇਜ਼ ਨਹੀਂ ਠਹਿਰਾਇਆ। ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਬਿਨਾਂ ਦਿਮਾਗ ਲਗਾਏ ਹੀ ਕੇਂਦਰ ਸਰਕਾਰ ਦੀ ਸਿਫਾਰਿਸ਼ ਲਾਗੂ ਕਰਦੀ। ਹੁਣ ਇਹ ਵਿਸ਼ੇਸ਼ ਵੱਡੀ ਟਿੱਪਣੀ ਕਰਨ ਵਾਲੇ ਮਹਿਲਾ ਜੱਜ ਕੌਣ ਆ? ਇਹ ਸਭ ਤੋਂ ਵੱਡਾ ਜਿਹੜਾ ਕਿੱਸਾ ਬਣਿਆ ਹੋਇਆ ਹਿੰਦੁਸਤਾਨ ਦੇ ਵਿੱਚ ਕਿ ਨੋਟਬੰਦੀ ਨੂੰ ਗੈਰ ਕਾਨੂੰਨੀ ਦੱਸਣ ਵਾਲੀ ਜਿਹੜੀ ਇਕਲੌਤੀ ਜੱਜ ਦੀ ਕਹਾਣੀ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਇਹਨਾਂ ਦੇ ਪਿਤਾ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਨੇ। ਉਹਨਾਂ ਨੇ ਵੀ 5 ਸਾਲ ਪਹਿਲਾਂ ਹੀ ਸਰਕਾਰ ਦੇ ਫੈਸਲੇ ਨੂੰ ਪਲਟਿਆ ਸੀ। 2 ਜਨਵਰੀ ਨੂੰ ਯਾਨੀ ਕਿ ਸੋਮਵਾਰ ਬੀਤੇ ਦਿਨ ਸੁਪਰੀਮ ਕੋਰਟ ਦੇ 5 ਜੱਜਾਂ ਦਾ ਜਿਹੜਾ ਸੰਵਿਧਾਨਕ ਬੈਂਚ ਸੀ ਉਹਨਾਂ ਨੇ ਨੋਟਬੰਦੀ 'ਤੇ ਆਪਣਾ ਫੈਸਲਾ ਸੁਣਾਇਆ। ਸੰਵਿਧਾਨਕ ਬੈਂਚ ਨੇ ਦਾ ਇਹ ਫੈਸਲਾ 4-1 ਦੇ ਬਹੁਮਤ ਦੇ ਨਾਲ ਸੁਣਾਇਆ ਗਿਆ। ਇਸ 5 ਬੈਂਚ ਜਿਹੜਾ ਸੰਵਿਧਾਨਕ ਬੈਂਚ ਇਹਦੇ 'ਚ ਜਸਟਿਸ ਐਸ ਅਬਦੁਲ ਨਜ਼ੀਰ, BR ਗਵਈ, AS ਬੋਇਪਾਨਾ, V ਰਾਮ ਸੁਬਰਾਮਨੀਅਮ ਇਹਨਾਂ ਕਿਹਾ ਕਿ ਨੋਟਬੰਦੀ ਦੀ ਜਿਹੜੀ ਪ੍ਰਕਿਰਿਆ 'ਚ ਕੋਈ ਗੜਬੜੀ ਨਹੀਂ ਹੋਈ, ਪਰ ਸਿਰਫ ਇੱਕ ਜਿਹੜੀ ਜਸਟਿਸ BV ਨਾਗਰਤਨਾ ਨੇ ਜਿਹੜੀ ਉਹਨਾਂ ਦਾ ਜਿਹੜਾ ਫੈਸਲਾ ਸੀ ਉਹਨਾਂ ਨੇ ਬਾਕੀ ਜੱਜਾਂ ਦੇ ਵੱਖਰੇ ਤਰੀਕੇ ਦੇ ਨਾਲ ਪੇਸ਼ ਕੀਤਾ। ਉਹਨਾਂ ਨੇ ਆਪਣੀ ਰਾਏ ਵੱਖਰੀ ਰੱਖੀ ਹੈਗੀ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜਸਟਿਸ BV ਨਾਗਰਤਨਾ ਇਹ ਕੌਣ ਨੇ ਅਤੇ ਇਹਨਾਂ ਦਾ ਪਿਛੋਕੜ ਕੀ ਹੈ? ਔਰ ਇਹਨਾਂ ਨੇ ਸਾਫ਼ ਕਿਹਾ ਕਿ ਜਿਹੜਾ ਨੋਟਬੰਦੀ ਦਾ ਜਿਹੜਾ ਤਰੀਕਾ ਇਹ ਗੈਰ ਕਾਨੂੰਨੀ ਹੈ। 8 ਨਵੰਬਰ 2016 ਨੂੰ ਕੇਂਦਰ ਸਰਕਾਰ ਦੀ ਜਿਹੜੀ ਤਰਫੋਂ ਜਿਹੜੀ ਨੋਟਬੰਦੀ ਕੀਤੀ ਗਈ ਸੀ ਉਹਨਾਂ ਕਿਹਾ ਕਿ ਗੈਰ ਕਾਨੂੰਨੀ ਹੈ, ਇਹਨੂੰ ਸੰਸਦ ਦੇ ਵਿੱਚ ਕਾਨੂੰਨ ਲਿਆ ਕੇ ਪੇਸ਼ ਕਰਕੇ ਲਾਗੂ ਕਰਨਾ ਚਾਹੀਦਾ ਸੀ ਅਤੇ ਗਜਟ ਨੋਟੀਫਿਕੇਸ਼ਨ ਦੇ ਜ਼ਰੀਏ ਹੋਣੀ ਚਾਹੀਦੀ ਸੀ। ਉਹਨੇ ਕਿਹਾ ਕਿ 500 ਅਤੇ 100 ਰੁਪਏ ਦੇ ਸਾਰੇ ਨੋਟਾਂ ਉੱਤੇ ਬੈਨ ਗੈਰ ਕਾਨੂੰਨੀ ਹੈ, ਪਰ ਜੇ ਇਹ ਫੈਸਲਾ ਲਿਆ ਜਾ ਚੁੱਕਾ ਇਹਦੇ ਵਿੱਚ ਕੋਈ ਐਕਸ਼ਨ ਨਹੀਂ ਲਿਆ ਗਿਆ। ਰਿਕਾਰਡ ਦੇ ਮੁਤਾਬਕ 98% ਦੀ ਜਿਹੜੇ ਨੋਟਾਂ ਦਾ ਐਕਸਚੇਂਜ ਹੋਇਆ। ਇਸ ਨਾਲ ਲੱਗਦਾ ਹੈ ਕਿ ਨੋਟਬੰਦੀ ਦਾ ਮਕਸਦ ਪੂਰਾ ਨਹੀਂ ਹੋਇਆ, ਪਰ ਕੋਰਟ ਇਸ ਆਧਾਰ 'ਤੇ ਫੈਸਲਾ ਨਹੀਂ ਕਰ ਸਕਦਾ। ਨੋਟਬੰਦੀ ਦਾ ਮਕਸਦ ਸਹੀ ਥਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹਦੇ ਨਾਲ ਸਰਕਾਰ ਬਲੈਕ ਮਨੀ, ਟੈਰਰ ਫੰਡਿੰਗ 'ਤੇ ਰੋਕ ਲਗਾਉਣਾ ਚਾਹੁੰਦੀ ਸੀ, ਪਰ ਲੀਗਲ ਗਰਾਊਂਡ 'ਤੇ ਇਹ ਜਿਹੜਾ ਕਦਮ ਹੈ ਗੈਰ ਕਾਨੂੰਨੀ ਹੈ। ਹੁਣ ਜਿਹੜੇ BV ਨਾਗਰਤਨਾ ਜਸਟਿਸ ਨੇ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਕਰਨਾਟਕਾ ਹਾਈ ਕੋਰਟ 'ਚ ਰਹੇ ਜੱਜ ਅਤੇ ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ। ਨਾਗਰਤਨਾ ਜਿਹੜੇ ਸੁਰਖੀਆਂ ਦੇ ਵਿੱਚ ਆਏ ਨੇ ਜਸਟਿਸ ਸੁਪਰੀਮ ਕੋਰਟ ਦੇ, ਕਿਉਂਕਿ ਉਹਨਾਂ ਨੇ 4 ਜੱਜਾਂ ਨੇ ਇੱਕ ਫੈਸਲਾ ਵੱਖ ਦਿੱਤਾ ਅਤੇ ਇਹ ਇੱਕ ਜਾਣੇ ਨੇ ਆਪਣੀ ਰਾਏ ਵੱਖਰੀ ਪੇਸ਼ ਕੀਤੀ, ਜਿਸ ਕਰਕੇ ਇਹ ਜਸਟਿਸ ਜਿਹੜੇ BV ਨਾਗਰਤਨਾ ਇਹ ਚਰਚਾ ਵਿੱਚ ਆਏ ਨੇ। ਜਸਟਿਸ ਨਾਗਰਤਨਾ ਦਿੱਲੀ ਯੂਨੀਵਰਸਿਟੀ ਦੇ ਲਾਅ ਡਿਪਾਰਟਮੈਂਟ 'ਚ LLB ਕੀਤੀ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਬੰਗਲੌਰ ਚਲੇ ਗਏ। ਫਿਰ 1987 'ਚ ਉਹਨਾਂ ਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਇੱਕ ਵਕੀਲ ਦੇ ਤੌਰ 'ਤੇ, ਔਰ ਉਹ ਨਾਮੀ ਜਿਹੜੇ ਬੈਰਿਸਟਰ ਵਾਸੂਦੇਵ ਰੈਡੀ ਅਤੇ ਉਸ ਸਮੇਂ ਦੇ ਜਿਹੜੇ ਪੋਪੂਲਰ ਬਹੁਤ ਪ੍ਰਸਿੱਧ ਵਕੀਲ GV ਸ਼ਾਤਰਾਜੂ ਦੇ ਨਾਲ ਉਹਨਾਂ ਨੇ ਪ੍ਰੈਕਟਿਸ ਕੀਤੀ, ਕੰਮ ਕੀਤਾ। ਜਸਟਿਸ ਨਾਗਰਤਨਾ 2008 ਵਿੱਚ ਹਾਈ ਕੋਰਟ ਵਿੱਚ ਬਤੌਰ ਐਡੀਸ਼ਨਲ ਜੱਜ ਆਏ ਸਨ। 2009 ਵਿੱਚ ਜਸਟਿਸ ਨਾਗਰਤਨਾ ਨੇ ਕੈਰੀਅਰ ਦੇ ਸਭ ਤੋਂ ਕਠਿਨ ਜਿਹੜੇ ਉਹਨਾਂ ਦਾ ਸਾਲਾਂ ਵਿੱਚ 1 ਸਾਲ ਸੀ। ਦਰਅਸਲ ਕਰਨਾਟਕਾ ਹਾਈ ਕੋਰਟ ਦੇ ਉਸ ਸਮੇਂ ਦੇ ਜਿਹੜੇ ਚੀਫ ਜਸਟਿਸ ਸਨ PD ਦਿਨਾਕਰਨ ਦੇ ਅਹੁਦੇ ਤੋਂ ਬਾਅਦ ਦੁਰਉਪਯੋਗ, ਭ੍ਰਿਸ਼ਟਾਚਾਰ ਅਤੇ ਜ਼ਮੀਨ ਅਧਿਗ੍ਰਹਿਣ ਜਿਹੜੇ ਕੇਸ ਇੱਦਾਂ ਦੇ ਗੰਭੀਰ ਕੇਸਾਂ ਵਿੱਚ ਚੀਫ ਜਸਟਿਸ ਘਿਰ ਗਏ ਸੀ। ਜਸਟਿਸ ਦਿਨਾਕਰਨ ਦਾ ਵਿਰੋਧ ਕਰਨ ਲਈ ਵਕੀਲਾਂ ਨੇ ਸੂਬੇ ਭਰ ਵਿੱਚ ਅਦਾਲਤਾਂ ਦੇ ਸਾਰੇ ਜਿਹੜੇ ਪ੍ਰੈਜ਼ੀਡੈਂਟ ਸੀ ਉਹਦਾ ਵਿਰੋਧ ਕੀਤਾ ਸੀ। ਇਸ ਦੇ ਬਾਵਜੂਦ ਜਸਟਿਸ ਦਿਨਾਕਰਨ ਹੀਅਰਿੰਗ ਕਰ ਰਹੇ ਸਨ। ਇਸ ਤੋਂ ਨਾਰਾਜ਼ ਹੋ ਕੇ ਵਕੀਲਾਂ ਨੇ ਜਸਟਿਸ ਦਿਨਾਕਰਨ, ਜਸਟਿਸ ਨਾਗਰਤਨਾ ਦੇ ਨਾਲ ਇੱਕ ਜਸਟਿਸ ਹੋਰ ਨੂੰ ਵੀ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਦੌਰਾਨ ਜਸਟਿਸ ਨਾਗਰਤਨਾ 'ਤੇ ਹਮਲਾ ਵੀ ਕੀਤਾ ਗਿਆ। ਜਸਟਿਸ ਦਿਨਾਕਰਨ ਨੂੰ ਇੱਕ ਨਕੀਲੀ ਚੀਜ਼ ਵੀ ਉਹਨਾਂ 'ਤੇ ਮਾਰੀ ਗਈ, ਚਬੋਈ ਗਈ, ਜਿਸ ਨਾਲ ਉਹ ਜ਼ਖਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਜਸਟਿਸ ਨਾਗਰਤਨਾ ਕਿਹਾ ਸੀ, ਅਸੀਂ ਨਾਰਾਜ਼ ਨਹੀਂ ਹਾਂ, ਲੇਕਿਨ ਸਾਨੂੰ ਦੁੱਖ ਹੈ ਕਿ ਬਾਰ ਐਸੋਸੀਏਸ਼ਨ ਸਾਡੇ ਨਾਲ ਵਿਹਾਰ ਗਲਤ ਕੀਤਾ ਔਰ ਸਾਨੂੰ ਸ਼ਰਮ ਦੇ ਨਾਲ ਆਪਣਾ ਸਿਰ ਝੁਕਣਾ ਪੈ ਰਿਹਾ। ਸਾਲ 2010 ਦੇ ਵਿੱਚ ਜਸਟਿਸ ਨਾਗਰਤਨਾ ਨੂੰ ਕਰਨਾਟਕਾ ਹਾਈ ਕੋਰਟ ਦਾ ਰੈਗੂਲਰ ਜੱਜ ਬਣਾ ਦਿੱਤਾ ਗਿਆ। 18 ਅਗਸਤ 2021 ਨੂੰ ਸੁਪਰੀਮ ਕੋਰਟ ਦੇ ਕਲੋਜੀਅਮ ਜਿਹੜੀਆਂ ਖਾਲੀ ਸੀ ਅਸਾਮੀਆਂ 9 ਜੱਜਾਂ ਦਾ ਨਾਮ ਰਿਕਮੈਂਡ ਕੀਤਾ ਗਿਆ। ਇਹਨਾਂ ਵਿੱਚੋਂ ਇੱਕ ਨਾਮ ਸੀ ਜਸਟਿਸ BV ਨਾਗਰਤਨਾ। 30 ਅਗਸਤ 2021 ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ 9 ਜੱਜਾਂ ਨੇ ਇੱਕੋ ਵਾਰੀ ਸਹੁੰ ਚੁੱਕੀ। ਹੁਣ ਜਸਟਿਸ ਨਾਗਰਤਨਾ ਨੇ ਜਿਹੜੇ 4 ਵੱਡੇ ਫੈਸਲਿਆਂ 'ਤੇ ਟਿੱਪਣੀਆਂ ਬੜੀਆਂ ਇਸ ਤਰ੍ਹਾਂ ਦੀਆਂ ਕੀਤੀਆਂ। ਇੱਕ ਉਹਨਾਂ ਦੀ ਜਿਹੜੀ ਟਿੱਪਣੀ ਆ ਉਹ ਹੀ ਮੰਦਰ ਬਿਜ਼ਨਸ ਦੀ ਜਗ੍ਹਾ ਨਹੀਂ ਆ, ਕਰਮਚਾਰੀਆਂ ਨੂੰ ਗ੍ਰੈਜੂਇਟੀ ਨਹੀਂ ਮਿਲੀ। 2018 ਵਿੱਚ ਜਸਟਿਸ ਨਾਗਰਤਨਾ ਦੀ ਅਗਵਾਈ ਵਾਲੇ ਬੈਂਚ ਨੇ ਇੱਕ ਜਿਹੜਾ ਫੈਸਲਾ ਉਹਨਾਂ ਦਾ ਖੂਬ ਚਰਚਾ ਵਿੱਚ ਰਿਹਾ ਸੀ, ਜਦੋਂ ਬੈਂਚ ਨੇ ਸ਼੍ਰੀ ਮੁਕੰਬਾ ਮੰਦਰ ਬਨਾਮ ਸ਼੍ਰੀ ਰਵੀ ਰਾਜਾ ਸ਼ੈਟੀ ਦੇ ਕੇਸ ਵਿੱਚ ਸੁਣਵਾਈ ਕਰਦੇ ਹੋਏ ਕਿਹਾ ਸੀ, ਉਹਨਾਂ ਨੇ ਐਕਟ 1972 ਦਾ ਹਵਾਲਾ ਦਿੱਤਾ ਸੀ ਕਿ ਮੰਦਰ ਬਿਜ਼ਨਸ ਦੀ ਜਗ੍ਹਾ ਨਹੀਂ ਹੈ, ਇਸ ਲਈ ਇਹਦੇ ਜਿਹੜੇ ਕਰਮਚਾਰੀ ਆ ਇਹ ਗ੍ਰੈਜੂਇਟੀ ਜਿਹੜੇ ਭੁਗਤਾਨ ਦੇ ਅਧਿਕਾਰੀ ਨਹੀਂ ਮੰਨੇ ਜਾ ਸਕਦੇ। ਇਸ ਫੈਸਲੇ ਤੋਂ ਬਾਅਦ ਜੰਮ ਕਰ ਜਿਹੜੀ ਉੱਥੇ ਬਹਿਸ ਹੋਈ ਸੀ। ਪ੍ਰਵਾਸੀ ਇੱਕ ਹੋਰ ਉਹਨਾਂ ਦਾ ਫੈਸਲਾ ਰਿਹਾ, ਉਹਦੇ 'ਚ ਵੀ ਉਹਨਾਂ ਬੜੀ ਟਿੱਪਣੀ ਕੀਤੀ ਸੀ। ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਵਿੱਚ ਜਿਹੜੀ ਸੂਬਾ ਸਰਕਾਰ ਉਹਨੂੰ ਬੜੀ ਲਤਾੜਿਆ ਸੀ। 30 ਮਈ 2020 ਨੂੰ ਕਰਨਾਟਕਾ ਹਾਈ ਕੋਰਟ ਦੇ ਚੀਫ ਜਸਟਿਸ ਅਬੇ ਓਕਾ ਔਰ ਜਸਟਿਸ ਨਾਗਰਤਨਾ ਨੇ ਇੱਕ ਫੈਸਲਾ ਸੁਣਾਇਆ ਸੀ। ਆਪਣੇ ਫੈਸਲੇ ਵਿੱਚ ਜੱਜਾਂ ਨੇ ਲੋਕਡਾਊਨ ਦੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਖਰਾਬ ਹਾਲਤ ਨੂੰ ਲੈ ਕੇ ਰਾਜ ਸਰਕਾਰ ਨੂੰ ਸੂਬਾ ਸਰਕਾਰ ਨੂੰ ਬੜੀ ਫਟਕਾਰ ਲਗਾਈ ਸੀ। ਜੱਜਾਂ ਨੇ 6 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਦੇ ਲਈ ਰਹਿਣ ਖਾਣ ਪੀਣ ਅਤੇ ਇਨ੍ਹਾਂ ਮਜ਼ਦੂਰਾਂ ਦੇ ਉਹਨਾਂ ਘਰ ਤੱਕ ਪਹੁੰਚਾਉਣ ਲਈ ਉਚਿਤ ਸਹੀ ਵਿਵਸਥਾ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਫੈਸਲੇ ਦੀ ਵੀ ਖੂਬ ਸਹਾਰਨਾ ਹੋਈ ਸੀ। ਤੀਜਾ ਉਹਨਾਂ ਇੱਕ ਹੋਰ ਦਾ ਮਹੱਤਵਪੂਰਨ ਫੈਸਲਾ ਜਿਹੜਾ ਉਹਨਾਂ ਦੇ ਨਾਲ ਜੁੜਿਆ, ਦੁਨੀਆ ਵਿੱਚ ਕੋਈ ਵੀ ਬੱਚਾ ਬਿਨਾਂ ਮਾਂ-ਬਾਪ ਦੇ ਪੈਦਾ ਨਹੀਂ ਹੁੰਦਾ। ਸਾਲ 2021 ਦੇ ਜਸਟਿਸ ਨਾਗਰਤਨਾ ਦੀ ਅਗਵਾਈ ਵਾਲੇ ਬੈਂਚ ਨੇ ਕਰਨਾਟਕਾ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਇੱਕ ਸਰਕੂਲਰ ਦੇ ਖਿਲਾਫ ਅਹਿਮ ਫੈਸਲਾ ਸੁਣਾਇਆ ਸੀ। ਦਰਅਸਲ ਸਰਕੂਲਰ ਦੇ ਵਿੱਚ ਕਿਹਾ ਗਿਆ ਸੀ, ਇੱਕ ਕਰਮਚਾਰੀ ਦੀ ਦੂਸਰੀ ਪਤਨੀ ਜਾਂ ਉਹਦੇ ਬੱਚੇ ਤਰਸ ਦੇ ਆਧਾਰ 'ਤੇ ਨੌਕਰੀ ਵਾਸਤੇ ਯੋਗ ਨਹੀਂ ਹਨ। ਅਤੇ ਉਹਨਾਂ ਨੇ ਫਿਰ ਕਿਹਾ ਸੀ ਕਿ ਇਸ ਦੁਨੀਆ ਵਿੱਚ ਕੋਈ ਵੀ ਬੱਚਾ ਬਿਨਾਂ ਮਾਪ ਦੇ ਪੈਦਾ ਨਹੀਂ ਹੁੰਦਾ। ਬੱਚੇ ਦੇ ਪੈਦਾ ਹੋਣ 'ਚ ਖੁਦ ਉਹਦਾ ਕੋਈ ਯੋਗਦਾਨ ਨਹੀਂ ਹੁੰਦਾ। ਇਸ ਲਈ ਕਾਨੂੰਨ ਵਿੱਚ ਇਸ ਤੱਥ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਨਜਾਇਜ਼ ਮਾਂ-ਬਾਪ ਵੀ ਹੋ ਸਕਦੇ ਨੇ, ਲੇਕਿਨ ਨਜਾਇਜ਼ ਬੱਚੇ ਨਹੀਂ। ਇੱਕ ਹੋਰ ਫੈਸਲਾ ਹੀ ਕੇਂਦਰ ਦੇ ਜਿਹੜੇ ਫੈਸਲੇ ਤੇ 5 ਸਾਲ ਪਹਿਲਾਂ ਵੀ ਉਹਨਾਂ ਨੇ ਇੱਦਾਂ ਦਾ ਫੈਸਲਾ ਸੁਣਾਇਆ ਜਿਹਦੇ ਨਾਲ ਕੇਂਦਰ ਦੇ ਨਾਲ ਉਹਨਾਂ ਦਾ ਟਕਰਾਅ ਹੋਇਆ ਸੀ। ਇਹ ਪਹਿਲੀ ਦਫਾ ਨਹੀਂ ਜਦੋਂ ਜਸਟਿਸ ਨਾਗਰਤਨਾ ਨੇ ਕੇਂਦਰ ਦੇ ਕਿਸੇ ਫੈਸਲੇ ਨੂੰ ਗਲਤ ਠਹਿਰਾਇਆ। ਇਸ ਤੋਂ ਪਹਿਲਾਂ ਵੀ ਉਹਨਾਂ ਦੀ ਅਗਵਾਈ ਵਾਲੇ ਇੱਕ ਬੈਂਚ ਨੇ 2017 ਵਿੱਚ ਦੀ ਟੋਬੈਕੋ ਇੰਸਟੀਚਿਊਟ ਆਫ ਇੰਡੀਆ ਬਨਾਮ ਯੂਨੀਅਨ ਆਫ ਇੰਡੀਆ ਦੇ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ, ਜਿਸ 'ਚ ਕੇਂਦਰੀ ਹੈਲਥ ਮੰਤਰਾਲੇ ਨੇ ਤੰਬਾਕੂ ਦੇ ਉਤਪਾਦ ਦੀ ਜਿਹੜੀ 85% ਜਿਹੜੀ ਪੈਕੇਜਿੰਗ ਆ ਉਹਦੇ ਜਿਹੜੀ ਚੇਤਾਵਨੀ ਦੇ ਨਾਲ ਉਹਨੂੰ ਕਵਰ ਕਰਨਾ ਜ਼ਰੂਰੀ ਕੀਤਾ ਸੀ। ਇਹ ਜਿਹੜਾ ਫੈਸਲਾ ਹੈ, ਇਸ ਨਿਯਮ ਦੇ ਬਾਅਦ ਗੈਰ ਸੰਵਿਧਾਨਕ ਦੱਸਦੇ ਹੋਏ ਕਰਨਾਟਕਾ ਹਾਈ ਕੋਰਟ ਨੇ ਕੇਂਦਰ ਦੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਅਤੇ ਕੋਰਟ ਨੇ ਕਿਹਾ ਸੀ ਕਿ ਕੇਂਦਰੀ ਸਿਹਤ ਮੰਤਰਾਲਾ ਦੇ ਕੋਲ ਨਿਯਮਾਂ ਵਿੱਚ ਇਸ ਤਰ੍ਹਾਂ ਦੇ ਜਿਹੜੇ ਸੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ। ਇੱਕ ਹੋਰ ਜਿਹੜੀ ਇਹਨਾਂ ਦੀ ਜਿਹੜਾ ਮਸਲਾ ਕੀ ਹੈ ਕਿ ਇਹਨਾਂ ਦੇ ਜਿਹੜੇ ਪਿਤਾ ਨੇ, ਪਰਿਵਾਰਕ ਅਗਰ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਚੀਫ ਜਸਟਿਸ ਰਹਿ ਚੁੱਕੇ ਨੇ। ਜਸਟਿਸ ਨਾਗਰਤਨ ਦੇ ਪਿਤਾ ES ਵੈਂਕਟਰਮਈਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਨੇ। 1999 ਚੀਫ ਜਸਟਿਸ ਆਫ ਇੰਡੀਆ RS ਪਾਠਕ ਦੇ ਰਿਟਾਇਰ ਹੋਣ ਤੋਂ ਬਾਅਦ ES ਵੈਂਕਟਰਮਈਆ 1999 ਵਿੱਚ ਚੀਫ ਜਸਟਿਸ ਆਫ ਇੰਡੀਆ ਬਣੇ ਸੀ। ਹਾਲਾਂਕਿ ਮਹਿਜ਼ 6 ਸਾਲ ਇਸ ਅਹੁਦੇ 'ਤੇ ਰਹਿਣ ਤੋਂ ਬਾਅਦ ਉਹ ਰਿਟਾਇਰ ਹੋ ਚੁੱਕੇ ਸੀ। ਪਿਤਾ ਨੇ ਹੀ ਨਾਗਰਤਨ ਨੂੰ ਵਕਾਲਤ ਵਿੱਚ ਕੈਰੀਅਰ ਬਣਾਉਣ ਦਾ ਸੁਝਾਅ ਦਿੱਤਾ ਹੈਗਾ ਸੀ। ਇਸ ਤੋਂ ਬਾਅਦ ਨਾਗਰਤਨਾ ਨੇ LLB ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਕਾਨੂੰਨ ਦੇ ਕਈ ਜਾਣਕਾਰਾਂ ਦਾ ਕਹਿਣਾ ਕਿ 4 ਸਾਲ ਬਾਅਦ ਜਸਟਿਸ ਨਾਗਰਤਨਾ ਭਾਰਤ ਦੀ ਪਹਿਲੀ ਚੀਫ ਜਸਟਿਸ ਆਫ ਇੰਡੀਆ ਬਣ ਸਕਦੀ ਹੈ। ਜਸਟਿਸ ਨਾਗਰਤਨਾ ਕਰਨਾਟਕਾ ਦੇ ਮਾਂਡਿਆ ਜ਼ਿਲ੍ਹਾ ਦੇ ਵਿੱਚ ਸਥਿਤ ਪਾਂਡੂਪੁਰਾ ਪੰਚਾਇਤ ਦੀ ਰਹਿਣ ਵਾਲੇ ਨੇ। ਇਸ ਪੰਚਾਇਤ ਦੀ ਕੁੱਲ ਆਬਾਦੀ ਕਰੀਬ 20,000 ਹੈ। BV ਨਾਗਰਤਨਾ ਨੇ 10ਵੀਂ ਤੱਕ ਜਿਹੜੀ ਪੜ੍ਹਾਈ ਆ ਉਹ ਬੈਂਗਲੌਰ ਦੇ ਸੋਫੀਆ ਹਾਈ ਸਕੂਲ ਤੋਂ ਕੀਤੀ ਆ। ਇਸ ਤੋਂ ਬਾਅਦ ਉਹ ਦਿੱਲੀ ਚਲੇ ਗਏ।
ਉੱਥੇ ਉਹਨਾਂ ਨੇ ਜੀਸਸ ਐਂਡ ਮੈਰੀ ਕਾਲਜ 'ਚ ਐਡਮਿਸ਼ਨ ਲਈ ਤੇ ਹਿਸਟਰੀ ਸਬਜੈਕਟ ਦੇ ਨਾਲ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਉਹਨਾਂ ਨੇ LLB ਕੀਤੀ ਔਰ ਉਸ ਤੋਂ ਬਾਅਦ ਉਹ ਐਡੀਸ਼ਨਲ ਸੈਸ਼ਨ ਜੱਜ, ਫਿਰ ਹਾਈ ਕੋਰਟ ਦੇ ਵਿੱਚ ਜੱਜ ਬਣੇ। ਔਰ ਉਹਨਾਂ ਨੇ ਜਿਹੜੇ ਇਸ ਮਸਲੇ ਦੇ ਵਿੱਚ ਕਿਹਾ ਕਿ 124 ਪੇਜ ਦਾ ਉਹਨਾਂ ਨੇ ਫੈਸਲਾ ਦਿੱਤਾ ਹੈਗਾ ਕਿ ਨੋਟਬੰਦੀ ਸੰਸਦ ਵਿੱਚ ਕਾਨੂੰਨ ਬਣਾ ਕੇ ਹੀ ਕਰਨੀ ਚਾਹੀਦੀ, ਨਾ ਕਿ ਸਿਰਫ ਇੱਕ ਨੋਟੀਫਿਕੇਸ਼ਨ ਨਾਲ। ਇਹ ਫੈਸਲਾ ਹੈਗਾ ਜਾਇਜ਼ ਨਹੀਂ ਆ। RBI ਨੇ ਜੋ ਰਿਕਾਰਡ ਪੇਸ਼ ਕੀਤਾ ਉਹਦੇ ਵਿੱਚ ਕੇਂਦਰ ਸਰਕਾਰ ਦੀ ਇੱਛਾ ਦੇ ਮੁਤਾਬਕ ਲਿਖਿਆ। ਇਹ ਦਰਸਾਉਂਦਾ ਹੈ ਕਿ RBI ਨੇ ਬਿਨਾਂ ਦਿਮਾਗ ਲਗਾਏ ਸਿਰਫ 24 ਘੰਟੇ ਵਿੱਚ ਸਰਕਾਰ ਦੇ ਕਹਿਣ 'ਤੇ ਨੋਟਬੰਦੀ ਲਾਗੂ ਕਰ ਦਿੱਤੀ। ਨੋਟਬੰਦੀ ਕਰਦੇ ਸਮੇਂ ਦੱਸਿਆ ਗਿਆ ਸੀ ਕਿ ਅੱਤਵਾਦ, ਕਾਲਾ ਧਨ, ਭ੍ਰਿਸ਼ਟਾਚਾਰ ਔਰ ਜਾਲਸਾਜ਼ੀ ਜਿਹੜੀਆਂ ਬੁਰਾਈਆਂ ਨੇ ਉਹ ਖਤਮ ਹੋਈਆਂ, ਲੇਕਿਨ ਸ਼ਾਇਦ ਇਸ ਤਰ੍ਹਾਂ ਦਾ ਨਹੀਂ ਹੋਇਆ। ਔਰ ਉਹਨਾਂ ਕਿਹਾ ਕਿ ਪਹਿਲਾਂ ਇਹਨੂੰ ਸੋਚਣਾ ਚਾਹੀਦਾ, ਆਂਕਲਨ ਕਰਨਾ ਚਾਹੀਦਾ, ਉਸ ਤੋਂ ਬਾਅਦ ਇਹ ਫੈਸਲਾ ਲੈਣਾ ਚਾਹੀਦਾ ਸੀ। ਲੇਕਿਨ ਫਿਲਹਾਲ ਇਹ ਫੈਸਲਾ BJP ਨੇ ਸਵਾਗਤ ਕੀਤਾ ਸੁਪਰੀਮ ਕੋਰਟ ਦੇ। ਕਾਂਗਰਸ ਨੇ ਕਿਹਾ ਕਿ ਫੈਸਲੇ ਤੋਂ ਸਾਫ਼ ਆ ਕਿ ਨੋਟਬੰਦੀ ਨਾਕਾਮ ਰਹੀ ਹੈ। ਲੇਕਿਨ ਕੀਤੀ ਜਾਵੇ ਕੁੱਲ ਮਿਲਾ ਕੇ ਤੇ ਇਹ ਹੈ ਕਿ ਜਿੱਥੇ ਸੁਪਰੀਮ ਕੋਰਟ ਦੇ ਬੈਂਚ ਨੇ 2016 ਦੇ ਫੈਸਲੇ ਨੂੰ 4-1 ਦੇ ਨਾਲ ਸਹੀ ਠਹਿਰਾਇਆ ਕਿ ਨੋਟਬੰਦੀ ਜਾਇਜ਼ ਸੀ, ਉੱਥੇ ਇੱਕ ਜਸਟਿਸ BV ਨਾਗਰਤਨਾ ਨੇ ਆਪਣੀ ਅਸਹਿਮਤੀ ਨਹੀਂ ਜਤਾਈ, ਜਿਸ ਕਰਕੇ ਉਹ ਚਰਚਾ ਦੇ ਵਿੱਚ ਸਨ। ਕਿ ਉਹਨਾਂ ਨੇ ਪਹਿਲਾਂ ਵੀ ਅਜਿਹੇ ਫੈਸਲੇ ਸੁਣਾਏ ਨੇ ਜਿਹੜੇ ਉਹਨਾਂ ਦੇ ਫੈਸਲੇ ਲੋਕਾਂ ਨੇ ਸਵਾਗਤ ਕੀਤੇ ਨੇ। ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ 4 ਸਾਲਾਂ ਤੱਕ ਉਹ ਸੁਪਰੀਮ ਕੋਰਟ ਦੇ ਪਹਿਲੇ ਇੱਕ ਮਹਿਲਾ ਚੀਫ ਜਸਟਿਸ ਬਣ ਸਕਦੇ ਨੇ। ਤੇ ਇਹਨਾਂ ਦੇ ਪਿਤਾ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਨੇ। ਜਿਵੇਂ ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਨਾ, ਉਹਨਾਂ ਦੇ ਪਿਤਾ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਨੇ। ਲੇਕਿਨ ਜਸਟਿਸ BV ਨਾਗਰਤਨਾ ਨੇ ਜਿਹੜੀ ਅਸਹਿਮਤੀ ਜਤਾਈ ਆ, ਉਹਨਾਂ ਦਾ ਨਾਮ ਹੁਣ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਬਹੁਤ ਸਾਰੇ ਇੱਦਾਂ ਦੇ ਜੱਜ ਹੁੰਦੇ ਨੇ ਜਿਹੜੇ ਅਜਿਹੇ ਫੈਸਲੇ ਸੁਣਾ ਕੇ ਚਰਚਾ ਵਿੱਚ ਰਹਿੰਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜਸਟਿਸ ਦੀ ਅਗਵਾਈ ਵਿੱਚ ਸੰਵਿਧਾਨਕ ਬੈਂਚ ਬਣਿਆ ਸੀ, ਉਹ ਇਸੇ ਮਹੀਨੇ ਰਿਟਾਇਰ ਹੋ ਗਏ। ਸਵਾਲ ਆ ਕਿ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਉਹਨਾਂ ਨੂੰ ਕਿਸੇ ਅਹੁਦੇ 'ਤੇ ਮਾਣ ਬਖਸ਼ਦੀ ਜਾਂ ਨਹੀਂ ਬਖਸ਼ਦੀ। ਤੇ ਜੇ ਮਾਣ ਬਖਸ਼ਿਆ ਗਿਆ ਤੇ ਲਾਜ਼ਮੀ ਤੌਰ 'ਤੇ ਲੋਕ ਬਹੁਤ ਕੁਝ ਸਮਝ ਜਾਣਗੇ। ਫਿਲਹਾਲ ਇਸੇ ਜਾਣਕਾਰੀ ਨਾਲ ਤੁਸੀਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।